ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਂ ਦਾ ਬਹੁਤ ਸਵਾਗਤ ਹੈ। ਜਿਵੇਂ ਦੋਸਤੋ ਸਭ ਨੂੰ ਪਤਾ ਹੈ ਕਿ ਤਿਉਹਾਰਾਂ ਦਾ ਵਿਆਹ ਸ਼ਾਦੀਆਂ ਦਾ ਜਿਹੜਾ ਸੀਜ਼ਨ ਆ ਉਹ ਚੱਲ ਚੁੱਕਾ ਆ ਤੇ ਜਦੋਂ ਹੀ ਵਿਆਹ ਸ਼ਾਦੀਆਂ ਦੇ ਸੀਜ਼ਨ ਦੀ ਗੱਲ ਆਉਂਦੀ ਹਰ ਏਜ ਗਰੁੱਪ ਦੇ ਬੰਦੇ ਦੀ ਇੱਕੋ ਕੋਸ਼ਿਸ਼ ਹੁੰਦੀ ਹੈ ਕਿ ਉਹ ਕਿੱਦਾਂ ਸਭ ਤੋਂ ਅਲੱਗ ਦਿਖੇ, ਕਿੱਦਾਂ ਖੂਬਸੂਰਤ ਦਿਖੇ ਔਰ ਕਿੱਦਾਂ ਸਾਰਿਆਂ ਦੀ ਅਟੈਂਸ਼ਨ ਜਿਹੜੀ ਆ ਉਹਨੂੰ ਲੈ ਸਕੇ। ਸੋ ਚਾਹੇ ਗੱਲ ਹੋਵੇ ਔਰਤਾਂ ਦੀ, ਮਰਦਾਂ ਦੀ, ਬੱਚਿਆਂ ਦੀ, ਬੁੱਢਿਆਂ ਦੀ, ਸਭ ਨੂੰ ਖੂਬਸੂਰਤ ਦਿਖਣ ਦਾ ਇੱਕ ਅਲੱਗ ਹੀ ਚਾਅ, ਅਲੱਗ ਹੀ ਸ਼ੌਂਕ ਹੁੰਦਾ ਆ। ਸੋ ਜਦੋਂ ਵੀ ਗੱਲ ਆਉਂਦੀ ਖੂਬਸੂਰਤੀ ਨੂੰ ਨਿਖਾਰਨ ਦੀ, ਉਹਨੂੰ ਤਰਾਸ਼ਣ ਦੀ, ਸਾਡੇ ਦਿਮਾਗ 'ਚ ਇੱਕੋ ਹੀ ਚੀਜ਼ ਸਭ ਤੋਂ ਪਹਿਲੇ ਆਉਂਦੀ ਸੈਲੂਨਸ। ਸੋ ਬਸ ਇਸੇ ਸਿਲਸਿਲੇ ਦੇ ਵਿੱਚ ਅੱਜ ਪੰਜਾਬ ਹਰਿਆਣਾ ਲਾਈਵ ਦੀ ਟੀਮ ਮੇਰੇ ਨਾਲ ਯਾਨੀ ਕਿ ਸ਼ਿਵਾਨੀ ਦੇ ਨਾਲ ਪਹੁੰਚੀ ਆ ਗੁਰੂ ਜੀ ਦੀ ਨਗਰੀ ਮਾਛੀਵਾੜਾ ਸਾਹਿਬ ਵਿਖੇ ਤੇ ਇੱਥੇ ਅੱਜ ਅਸੀਂ ਵਿਜ਼ਿਟ ਕਰਨ ਵਾਲੇ ਹਾਂ ਇੱਕ ਬਹੁਤ ਹੀ ਫੇਮਸ ਸੈਲੂਨ, ਸਟਨਿੰਗ ਲੁੱਕ ਸੈਲੂਨ ਐਂਡ ਅਕੈਡਮੀ, ਜਿਹੜਾ ਕਿ ਰਜਿਸਟਰਡ ਆ ਵਿਦ ਦ ਗਵਰਨਮੈਂਟ ਆਫ ਇੰਡੀਆ। ਸੋ ਆਓ ਮੇਰੇ ਨਾਲ ਤੇ ਜਾਣਦੇ ਹਾਂ ਸੈਲੂਨ ਬਾਕੀ ਸੈਲੂਨਸ ਤੋਂ ਕਿਵੇਂ ਅਲੱਗ ਆ। ਸੋ ਹੁਣ ਅਸੀਂ ਪਹੁੰਚੇ ਹਾਂ ਫਾਈਨਲੀ ਸਕਿਨ ਸੈਕਸ਼ਨ ਦੇ ਵਿੱਚ ਤੇ ਆਓ ਲੈਨੇ ਆ ਇੱਥੋਂ ਦੇ ਓਨਰ ਕੋਲੋਂ ਜਾਣਕਾਰੀ ਕਿ ਇੱਥੇ ਕਿਹੜੀਆਂ ਸਕਿਨ ਸਰਵਿਸਿਜ਼ ਮੌਜੂਦ ਆ। ਸੋ ਸਰ ਸਭ ਤੋਂ ਪਹਿਲੇ ਤੁਹਾਡਾ ਸਾਡੇ ਚੈਨਲ 'ਚ ਬਹੁਤ ਸਵਾਗਤ। ਥੈਂਕ ਯੂ ਜੀ। ਸੋ ਸਰ ਫਰਸਟਲੀ ਮੇ ਆਈ ਨੋ ਯੋਰ ਗੁੱਡ ਨੇਮ। ਸੁਰਿੰਦਰ ਕੁਮਾਰ ਸੂਦ। ਸੁਰਿੰਦਰ ਕੁਮਾਰ ਸਰ ਤੁਸੀਂ ਇਸ ਸੈਲੂਨ ਨੂੰ ਕਿੰਨੇ ਟਾਈਮ ਤੋਂ ਰਨ ਕਰ ਰਹੇ ਹੋ ਔਰ ਇਸ ਪ੍ਰੋਫੈਸ਼ਨ 'ਚ ਕਿੰਨੇ ਟਾਈਮ ਤੋਂ ਜੁੜੇ ਹੋਏ ਹੋ? ਸੈਲੂਨ ਜੋ ਅਸੀਂ ਮਾਛੀਵਾੜਾ ਸਾਹਿਬ ਦੇ ਵਿੱਚ ਸਟਾਰਟ ਕੀਤਾ ਸੀ 2013 ਦੇ ਵਿੱਚ ਸਟਾਰਟ ਕੀਤਾ ਸੀਗਾ। ਇਸ ਇੰਡਸਟਰੀ ਦੇ ਵਿੱਚ ਜਿਹਨੂੰ ਅਸੀਂ ਪ੍ਰੋਫੈਸ਼ਨਲ ਇੰਡਸਟਰੀ ਕਹਿੰਦੇ ਹਾਂ, ਮੈਂ ਤਕਰੀਬਨ 2003 ਤੋਂ ਇਸ ਇੰਡਸਟਰੀ ਦੇ ਵਿੱਚ ਹੈ। ਮੈਂ ਡਿਫਰੈਂਟ ਕੰਪਨੀਜ਼ ਦੇ ਵਿੱਚ ਐਜ਼ ਏ ਮਾਰਕੀਟਿੰਗ ਮੈਨੇਜਰ ਕੰਮ ਕੀਤਾ ਹੋਇਆ, ਜਿਹਦੇ ਵਿੱਚ ਕਿਉਨ ਹਾਲੈਂਡ ਦਾ ਗਰੁੱਪ ਸੀਗਾ, ਨੀਦਰਲੈਂਡ ਦਾ, ਔਰ ਜਰਮਨੀ ਦਾ ਗਰੁੱਪ ਸੀਗਾ ਕਲੈਪ, ਔਰ ਜ਼ਿਆਦਾਤਰ ਕਲਾਇੰਟਸ ਨੂੰ ਪਤਾ ਹੋਏਗਾ O3+ ਬਾਰੇ, ਤਾਂ ਉਹਨੂੰ ਪੰਜਾਬ ਦੇ ਵਿੱਚ ਵੀ ਮੈਂ ਹੀ ਲਾਂਚ ਕੀਤਾ ਸੀਗਾ। ਗ੍ਰੇਟ। ਤੇ ਸਰ ਜੇ ਆਪਾਂ ਗੱਲ ਕਰੀਏ ਇਸ ਲੋਕੇਸ਼ਨ ਦੀ ਕਿ ਇਸ ਏਰੀਆ ਦੇ ਲੋਕ ਜਿੰਨੇ ਵੀ ਇਸ ਵੀਡੀਓ ਨੂੰ ਦੇਖਣ ਵਾਲੇ ਆ, ਸੋ ਮੈਂ ਚਾਹੁੰਦੀ ਤੁਸੀਂ ਇੱਕ ਵਾਰੀ ਨਾ ਜਲਦੀ ਇਸ ਲੋਕੇਸ਼ਨ ਬਾਰੇ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਸੋ ਦੈਟ ਉਹ ਜਲਦੀ ਇਸ ਸੈਲੂਨ ਨੂੰ ਵਿਜ਼ਿਟ ਕਰ ਪਾਉਣ। ਸੋ ਕਿਸ ਲੋਕੇਸ਼ਨ ਤੇ ਐਗਜ਼ੈਕਟਲੀ ਇਹ ਸੈਲੂਨ ਲੋਕੇਟਿਡ ਹੈ? ਅਗਰ ਤੁਸੀਂ ਸਾਡੀ ਲੋਕੇਸ਼ਨ ਬਾਰੇ ਜਾਣਨਾ ਚਾਹੁੰਦੇ ਹੋ, ਗੂਗਲ ਤੇ ਵੀ ਅਵੇਲੇਬਲ ਹੈ, ਬਟ ਜੋ ਗੂਗਲ ਤੇ ਨਹੀਂ ਜਾ ਰਹੇ ਤੇ ਬਿਲਕੁਲ ਤੁਸੀਂ ਬੱਸ ਸਟੈਂਡ ਰੋਡ ਨੀਅਰ ਦੁਸਹਿਰਾ ਗਰਾਊਂਡ, ਸਟਨਿੰਗ ਲੁੱਕ ਸੈਲੂਨ ਐਂਡ ਅਕੈਡਮੀ। ਤੇ ਸਰ ਤੁਸੀਂ ਜਿੱਦਾਂ ਇੱਥੇ ਮੇਨਲੀ ਸਕਿਨ ਦੇ ਵਿੱਚ ਡੀਲ ਕਰਦੇ ਹੋ ਨਾ, ਤੇ ਸਕਿਨ 'ਚ ਕਿਹੜੀਆਂ ਸਰਵਿਸਿਜ਼ ਤੁਸੀਂ ਕਸਟਮਰਸ ਨੂੰ ਪ੍ਰੋਵਾਈਡ ਕਰਦੇ ਹੋ? ਦੇਖੋ, ਫੇਸ਼ੀਅਲਸ ਤਾਂ ਰੂਟੀਨ ਦੇ ਵਿੱਚ ਕਲਾਇੰਟਸ ਕਰਾਉਂਦੇ ਨੇ ਸਕਿਨ ਨੂੰ ਮੇਨਟੇਨ ਕਰਨ ਲਈ, ਠੀਕ ਹੈ। ਉਸ ਤੋਂ ਇਲਾਵਾ ਅਗਰ ਆਪਾਂ ਟਰੀਟਮੈਂਟਸ ਦੀ ਗੱਲ ਕਰੀਏ, ਉਹਦੇ ਵਿੱਚ ਪਿਗਮੈਂਟੇਸ਼ਨ ਦਾ ਹੈ, ਐਕਨੇ ਦਾ ਹੈ, ਏਜਿੰਗ ਦੇ ਟਰੀਟਮੈਂਟਸ ਹੈ। ਜਿਹੜਾ ਅੱਜ ਦੀ ਡੇਟ ਦੇ ਵਿੱਚ ਜ਼ਿਆਦਾਤਰ ਕਲਾਇੰਟਸ ਨੂੰ ਮੇਨ ਜਿਹੜੀ ਦਿੱਕਤ ਆਉਂਦੀ ਹੈ ਪਿਗਮੈਂਟੇਸ਼ਨ, ਸਨਬਰਨਸ ਨੂੰ ਵੀ ਪਿਗਮੈਂਟੇਸ਼ਨ ਕਹਿ ਸਕਦੇ ਹਾਂ ਅਸੀਂ। ਸੋ ਇਸ ਤਰ੍ਹਾਂ ਦੇ ਸਾਰੇ ਟਰੀਟਮੈਂਟਸ ਅਸੀਂ ਸਾਡੇ ਸੈਲੂਨ 'ਤੇ ਅਵੇਲੇਬਲ ਨੇ। ਤੇ ਜਿੱਦਾਂ ਤੁਸੀਂ ਗੱਲ ਕਰ ਰਹੇ ਹੋ ਪਿਗਮੈਂਟੇਸ਼ਨ ਦੀ, ਐਂਟੀ ਏਜਿੰਗ ਪ੍ਰੋਬਲਮ ਦੀ ਐਂਡ ਆਲ ਨਾ, ਸੋ ਇਹਦੇ ਵਿੱਚ ਕੀ ਕਰਦੇ ਹੋ ਤੁਸੀਂ? ਕੀ ਪ੍ਰੋਸੀਜਰ ਰਹਿੰਦਾ? ਕਿੰਨੀਆਂ ਸਿਟਿੰਗ ਵਗੈਰਾ ਰਹਿੰਦੀਆਂ ਤੁਹਾਡੇ ਵੱਲੋਂ? ਦੇਖੋ, ਪਿਗਮੈਂਟੇਸ਼ਨ ਇੱਕ ਤਰ੍ਹਾਂ ਦਾ ਕਸਟਮਰਸ ਨੂੰ ਅਵੇਅਰ ਨਹੀਂ ਹੈ ਇਹਦੇ ਬਾਰੇ। ਜ਼ਿਆਦਾਤਰ ਕਲਾਇੰਟਸ ਨੂੰ ਲੈਕ ਆਫ ਅਵੇਅਰਨੈਸ ਕਰਕੇ ਕਈ ਸੈਲੂਨ ਇਹ ਵੀ ਕਹਿ ਦਿੰਦੇ ਨੇ ਅਸੀਂ 100% ਪਿਗਮੈਂਟੇਸ਼ਨ ਟਰੀਟਮੈਂਟ ਕਰਦੇ ਹਾਂ, ਬਟ ਐਜ਼ ਪਰ ਮਾਈ ਨੌਲੇਜ ਕਿ ਪਿਗਮੈਂਟੇਸ਼ਨ ਦਾ 100% ਟਰੀਟਮੈਂਟ ਕਿਤੇ ਵੀ ਨਹੀਂ ਹੈਗਾ। ਹਾਂ, ਅਕੋਰਡਿੰਗ ਟੂ ਸਕਿਨ, ਅਕੋਰਡਿੰਗ ਟੂ ਪ੍ਰੋਬਲਮ
70-80% ਤੱਕ ਰਿਜ਼ਲਟਸ ਮਿਲ ਸਕਦੇ ਨੇ। ਡਿਪੈਂਡ ਕਰਦਾ ਹੈ ਕਲਾਇੰਟ ਕਿੰਨੀ ਸਿਟਿੰਗਸ ਲੈ ਰਿਹਾ, ਨਾਰਮਲੀ 4 to 5, 5 to 6, ਡਿਪੈਂਡ ਕਰਦਾ ਹੈ ਪ੍ਰੋਬਲਮ ਕਿੰਨੀ ਹੈ, ਠੀਕ ਹੈ ਨਾ। तो अकॉर्डिंग टू प्रॉब्लम सिटिंग्स ਅਸੀਂ ਦੱਸਦੇ ਹਾਂ ਔਰ ਉਹਦੇ ਹਿਸਾਬ ਨਾਲ 70% ਵੀ ਇੱਕ ਕਈ ਕਲਾਇੰਟਸ ਦੇ 80% ਵੀ। ਔਰ ਅਗਰ ਕਲਾਇੰਟਸ ਹੋਮ ਕੇਅਰ ਪ੍ਰੈਫਰ ਕਰ, ਦੇਖੋ ਤੁਸੀਂ ਸੈਲੂਨ ਤੇ ਵਿਜ਼ਿਟ ਕਰ ਲਿਆ, ਤੁਸੀਂ ਟ੍ਰੀਟਮੈਂਟ ਕਰਾ ਕੇ ਚਲੇ ਗਏ, ਠੀਕ ਹੈ। ਟ੍ਰੀਟਮੈਂਟ ਕਰਾਉਣ ਤੋਂ ਬਾਅਦ ਅਗਰ ਤੁਸੀਂ ਹੋਮ ਕੇਅਰ ਨਹੀਂ ਯੂਜ਼ ਕਰ ਰਹੇ ਹੋ ਤਾਂ ਉਹ ਟ੍ਰੀਟਮੈਂਟ ਕਰਾਏ ਦਾ ਕੋਈ ਫਾਇਦਾ ਨਹੀਂ ਹੈਗਾ। ਸੋ ਅਸੀਂ ਕੋਈ ਵੀ ਕਲਾਇੰਟ ਸਾਡੇ ਕੋਲ ਆਉਂਦਾ, ਈਵਨ ਫੇਸ਼ੀਅਲ ਲਈ ਵੀ ਆਉਂਦਾ, ਤਾਂ ਅਸੀਂ ਉਹਨਾਂ ਨੂੰ 3 ਚੀਜ਼ਾਂ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ CTM, ਕਲੀਨਜ਼ਿੰਗ, ਟੋਨਿੰਗ ਐਂਡ ਮੋਇਸਚਰਾਈਜ਼ਿੰਗ, ਠੀਕ ਹੈ। ਸੋ ਅਸੀਂ ਕਲਾਇੰਟ ਨੂੰ ਰਿਕਮੈਂਡ ਕਰਦੇ ਹਾਂ ਵੀ ਕਮ ਸੇ ਕਮ ਫੇਸ ਵਾਸ਼ ਜ਼ਰੂਰ ਯੂਜ਼ ਕਰਨਾ ਤੁਸੀਂ। ਉਸ ਤੋਂ ਬਾਅਦ ਸਨਬਰਨ ਤੋਂ ਬਚਣ ਲਈ ਤੁਸੀਂ SPF ਯੂਜ਼ ਕਰਨਾ। ਡਿਫਰੈਂਟ ਕੰਪਨੀਜ਼ ਦੇ ਆਉਂਦੇ ਨੇ ਅਤੇ ਉਹ ਐਜ਼ ਪਰ ਪਾਕਟ ਦੇ ਹਿਸਾਬ ਦੇ ਨਾਲ 200 ਰੁਪੀਜ਼ ਤੋਂ ਵੀ ਸਟਾਰਟ ਹੋ ਜਾਂਦੇ ਨੇ, 150 ਤੋਂ ਵੀ ਸਟਾਰਟ ਹੋ ਜਾਂਦੇ ਨੇ। ਡਿਪੈਂਡ ਕਰਦਾ ਕਲਾਇੰਟ ਕਿੰਨਾ ਪੈਸਾ ਖਰਚ ਕਰ ਰਿਹਾ, ਤੇ 500 ਤੱਕ ਵੀ ਨੇ। ਉਹ ਡਿਪੈਂਡ ਕਰਦਾ ਕਲਾਇੰਟ ਦੀ ਪਾਕਟ ਦੇ ਉੱਪਰ। ਤੇ ਕਿਸ ਸਕਿਨ ਪ੍ਰੋਬਲਮ ਦੇ ਰਿਲੇਟਡ ਤੁਹਾਡੇ ਕੋਲ ਜ਼ਿਆਦਾ ਇੱਥੇ ਕਸਟਮਰ ਜਾਂ ਕਲਾਇੰਟ ਵਿਜ਼ਿਟ ਕਰਦੇ ਆ? ਜ਼ਿਆਦਾਤਰ ਪ੍ਰੋਬਲਮਸ ਐਂਟੀ ਏਜਿੰਗ। ਐਂਟੀ ਏਜਿੰਗ, ਇੱਕ ਵਾਰ ਰਿੰਕਲ ਆ ਗਿਆ, ਰਿੰਕਲ ਨੂੰ ਅਸੀਂ ਰਿਮੂਵ ਨਹੀਂ ਕਰ ਸਕਦੇ, ਬਟ ਫਰਦਰ ਜਿਹੜੇ ਰਿੰਕਲਸ ਆ ਰਹੇ ਨੇ ਸਕਿਨ ਨੂੰ, ਉਹਨੂੰ ਅਸੀਂ ਡਿਲੇ ਕਰ ਸਕਦੇ ਹਾਂ। ਸੋ ਐਂਟੀ ਏਜਿੰਗ ਦੀ ਜ਼ਿਆਦਾ ਕੁਐਰੀਜ਼ ਆਉਂਦੀਆਂ ਸਾਡੇ ਕੋਲ, ਪਿਗਮੈਂਟੇਸ਼ਨਸ ਦੀਆਂ ਜ਼ਿਆਦਾ ਆਉਂਦੀਆਂ, ਆਇਲੀ ਐਕਨੇ ਸਕਿਨ ਦੀਆਂ ਤਾਂ ਆਉਂਦੀਆਂ ਜੀ। ਤੇ ਸਰ ਜੇ ਆਪਾਂ ਗੱਲ ਕਰਦੇ, ਆਪਾਂ ਦੇਖਦੇ ਹਰ ਪਰਸਨ ਦੇ ਜਿਹੜੇ ਸਕਿਨ ਦਾ ਟੈਕਸਚਰ ਆ, ਸਕਿਨ ਸਭ ਦੀ ਅਲੱਗ-ਅਲੱਗ ਹੁੰਦੀ ਨਾ, ਤੇ ਕਈਆਂ ਦੀ ਸਕਿਨ ਕੈਮੀਕਲ ਦੇ ਲਈ ਬਹੁਤ ਜ਼ਿਆਦਾ ਸੈਂਸਿਟਿਵ ਹੁੰਦੀ ਆ ਕਿ ਕੈਮੀਕਲ ਉਹ ਟੋਲਰੇਟ ਹੀ ਨਹੀਂ ਕਰ ਸਕਦੇ। ਸੋ ਸਕਿਨ ਜਿਨ੍ਹਾਂ ਦੇ ਸੈਂਸਿਟਿਵ ਹੁੰਦੇ, ਸੈਂਸਿਟਿਵਿਟੀ ਇਸ਼ੂਜ਼ ਨੂੰ ਤੁਸੀਂ ਕਿਸ ਤਰ੍ਹਾਂ ਰਿਜ਼ੋਲਵ ਕਰਦੇ ਹੋ? ਦੇਖੋ ਜਿਨ੍ਹਾਂ ਦੀ ਸਕਿਨ ਕਾਫੀ ਸੈਂਸਿਟਿਵ ਹੈ, ਜਿਨ੍ਹਾਂ ਨੇ ਆਲਰੇਡੀ, ਕਈ ਕਲਾਇੰਟਸ ਕਹਿੰਦੇ ਨਾ ਸੈਲਫ ਮੈਡੀਕੇਸ਼ਨ ਵੀ ਬਹੁਤ ਕਰਦੇ ਨੇ, ਠੀਕ ਹੈ ਨਾ। ਪਿਗਮੈਂਟੇਸ਼ਨ ਹੋ ਗਈ, ਅਗਰ ਆਪਾਂ ਰਿਟੇਲ ਸ਼ੋਪ ਤੇ ਜਾਂਦੇ ਹਾਂ, ਛਾਈਆਂ ਪੈ ਗਈਆਂ ਜੀ, ਉਹ ਕਰੀਮ ਦੇ ਦਿੰਦੇ ਨੇ। ਬੇਸਿਕਲੀ ਉਹ ਕੀ ਹੁੰਦਾ, ਦੇ ਆਰ ਆਲ ਪੀਲਿੰਗ ਏਜੰਟਸ। ਉਹ ਕੀ ਕਰਦੇ ਨੇ, ਸਕਿਨ ਨੂੰ ਸਾਡੀ ਨੂੰ ਪੀਲ ਕਰ ਦਿੰਦੇ ਨੇ। ਉਹਦੇ ਨਾਲ ਸਕਿਨ ਕੀ ਹੁੰਦੀ ਹੈ, ਸੈਂਸਿਟਿਵ ਹੋ ਜਾਂਦੀ ਹੈ। ਸੋ ਅਸੀਂ ਉਹਨਾਂ ਚੀਜ਼ਾਂ 'ਚ ਨਹੀਂ ਜਾਣਾ। ਮੈਂ ਕਲਾਇੰਟਸ ਨੂੰ ਰਿਕੁਐਸਟ ਕਰਾਂਗਾ, ਤੁਸੀਂ ਕਿਸੇ ਵੀ ਪ੍ਰੋਫੈਸ਼ਨਲ ਤੋਂ ਐਡਵਾਈਸ ਲੈਣੀ ਹੈ ਤੇ ਉਹਦੇ ਅਕੋਰਡਿੰਗ ਤੁਸੀਂ ਆਪਣਾ ਟ੍ਰੀਟਮੈਂਟ ਸਟਾਰਟ ਕਰਨਾ। ਆਪਣੇ ਲੈਵਲ ਤੇ ਕੋਈ ਵੀ ਟ੍ਰੀਟਮੈਂਟ ਨਹੀਂ ਸਟਾਰਟ ਕਰਨਾ। ਉਹਦੇ ਨਾਲ ਹੀ ਜ਼ਿਆਦਾਤਰ ਪ੍ਰੋਬਲਮਸ ਜਦੋਂ ਆਪਾਂ ਸੈਲਫ ਮੈਡੀਕੇਸ਼ਨ ਕਰਦੇ ਹਾਂ, ਰਿਟੇਲਰਸ ਕੋਲ ਜਾ ਕੇ ਪ੍ਰੋਡਕਟ ਬਾਏ ਕਰ ਲੈਂਦੇ ਹਾਂ, ਕਿਉਂਕਿ ਤੁਹਾਡੀ ਸਕਿਨ ਅਲੱਗ ਹੈ, ਦੂਸਰੇ ਦੀ ਸਕਿਨ ਅਲੱਗ ਹੈ, ਤੁਹਾਡੀ ਪ੍ਰੋਬਲਮ ਅਲੱਗ ਹੈ, ਉਹਨਾਂ ਦੀ ਪ੍ਰੋਬਲਮ ਅਲੱਗ ਹੈ। ਜਿਹੜੀ ਮਾਰਕੀਟ ਦੇ ਵਿੱਚ ਪ੍ਰੋਡਕਟ ਮਿਲੇਗਾ ਉਹ ਸਾਰਿਆਂ ਦੀ ਸਕਿਨ ਵਾਸਤੇ ਮਿਲੇਗਾ, ਠੀਕ ਹੈ ਨਾ। ਹੋ ਸਕਦਾ ਉਹ ਮੇਰੀ ਸਕਿਨ ਤੇ ਕੰਮ ਕਰੇ, ਤੁਹਾਡੀ ਸਕਿਨ ਤੇ ਕੰਮ ਨਾ ਕਰੇ। ਸੋ ਇੱਕ ਪ੍ਰੋਫੈਸ਼ਨਲ ਤੁਹਾਨੂੰ ਬੈਸਟ ਐਡਵਾਈਸ ਦੇ ਸਕਦਾ ਵੀ ਤੁਸੀਂ ਕਿਹੜਾ ਪ੍ਰੋਡਕਟ ਤੁਹਾਡੀ ਸਕਿਨ ਨੂੰ ਸੂਟ ਕਰੇਗਾ, ਤੇ ਅਸੀਂ ਕਲਾਇੰਟ ਦੀ ਸਕਿਨ ਨੂੰ ਐਨਾਲਿਸਿਸ ਕਰਕੇ ਉਹਦੇ ਹਿਸਾਬ ਦੇ ਨਾਲ ਟ੍ਰੀਟਮੈਂਟ ਕਰਦੇ ਹਾਂ। ਸੋ ਹੁਣ ਅਸੀਂ ਪਹੁੰਚੇ ਹਾਂ ਮੇਕਅਪ ਸੈਕਸ਼ਨ ਦੇ ਵਿੱਚ ਤੇ ਲੈਨੇ ਆ ਇੱਥੋਂ ਦੇ ਮੇਕਅਪ ਆਰਟਿਸਟ ਕੋਲੋਂ ਜਾਣਕਾਰੀ ਇੱਥੋਂ ਦੇ ਮੇਕਅਪ ਦੇ ਬਾਰੇ। ਪਰ ਉਸ ਤੋਂ ਪਹਿਲੇ ਮੈਂ ਦੇਖ ਸਕਦੀ ਕਿ ਇੱਕ ਕਲਾਇੰਟ ਦਾ ਮੇਕਅਪ ਜਿਹੜਾ ਆ ਬਹੁਤ ਹੀ ਸੋਹਣਾ ਹੋਇਆ। ਸੋ ਆਓ ਇਹਨਾਂ ਦੇ ਕੋਲੋਂ ਲੈਨੇ ਆ ਰਿਵਿਊ ਕਿ ਇਹਨਾਂ ਨੂੰ ਇਹ ਜਿਹੜਾ ਮੇਕਅਪ ਆ ਬਹੁਤ ਹੀ ਪਿਆਰੇ ਲੱਗ ਰਹੇ, ਕਿੱਦਾਂ ਲੱਗਾ। ਸੋ ਸਭ ਤੋਂ ਪਹਿਲੇ ਮੈਮ, ਮੇ ਆਈ ਨੋ ਯੋਰ ਗੁੱਡ ਨੇਮ? ਦੈਟਸ ਹਰਪ੍ਰੀਤ ਕੌਰ। ਹਰਪ੍ਰੀਤ ਕੌਰ ਮੈਮ ਜੀ। ਸੋ ਮੈਮ ਮੈਂ ਜਾਣ ਸਕਦੀ ਤੁਸੀਂ ਅੱਜ ਕਿਹੜਾ ਮੇਕਅਪ ਕਰਵਾਇਆ ਹੋਇਆ? ਅੱਜ ਹਾਂਜੀ, ਅੱਜ ਮੇਰੀ ਇੰਗੇਜਮੈਂਟ ਹੈ, ਉਸ ਕਰਕੇ ਇੰਗੇਜਮੈਂਟ ਮੇਕਅਪ ਹੈ। ਓ ਮਾਈ ਗॉड, ਫਰਸਟਲੀ ਕੰਗ੍ਰੈਚੁਲੇਸ਼ਨਸ ਫॉर ਯੋਰ ਇੰਗੇਜਮੈਂਟ। ਤੇ ਮੈਮ ਤੁਸੀਂ ਇਸ ਸੈਲੂਨ ਦੇ ਵਿੱਚ ਵਿਜ਼ਿਟ ਕੀਤਾ, ਅੱਜ ਤੁਹਾਡਾ ਪਾਰਟੀ ਮੇਕਅਪ ਜਿਹੜਾ ਇੰਗੇਜਮੈਂਟ ਮੇਕਅਪ ਹੋਇਆ, ਸੋ ਤੁਸੀਂ ਕਿਸ ਤਰ੍ਹਾਂ ਫੀਲ ਕਰ ਰਹੇ ਹੋ ਔਰ ਕਿਵੇਂ ਲੱਗਾ ਤੁਹਾਨੂੰ ਮੇਕਅਪ? ਮਤਲਬ ਮੈਂ ਹੀ ਕਹਿਣਾ ਚਾਹੂੰਗੀ ਕਿ ਜੋ ਇਹ ਸੈਲੂਨ ਹੈ ਕਿ ਬੈਸਟ ਸੈਲੂਨ ਹੈ ਇਨ ਦੀ ਏਰੀਆ। ਬੇਸਿਕਲੀ ਆਮ ਫਰੋਮ ਚੰਡੀਗੜ੍ਹ, ਤਾਂ ਮਤਲਬ ਮੈਂ ਚੰਡੀਗੜ੍ਹ ਦੀ ਬਜਾਏ ਇੱਥੇ ਮੇਕਅਪ ਕਰਵਾ ਰਹੀ ਹਾਂ। ਤਾਂ ਮਤਲਬ ਪਹਿਲਾਂ ਰਿਵਿਊਜ਼ ਮੈਂ ਦੇਖੀ ਹੈ, ਵਧੀਆ। ਮਤਲਬ ਮੇਰਾ ਖੁਦ ਦਾ ਐਕਸਪੀਰੀਅੰਸ ਵੀ ਬਹੁਤ ਵਧੀਆ ਰਿਹਾ, ਤਾਂ ਕਰਕੇ ਮੈਂ ਇੱਥੇ ਹੀ ਪ੍ਰੈਫਰ ਕੀਤਾ। ਸੋ ਥੈਂਕ ਯੂ ਸੋ ਮਚ। ਆਪਾਂ ਦੇਖ ਸਕਦੇ ਜਿਹੜੇ ਕਸਟਮਰਸ ਆ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇੱਥੋਂ ਸੈਟੀਸਫਾਈਡ ਹੋਏ। ਤਾਂ ਹੁਣ ਗੱਲ ਕਰਦੇ ਹਾਂ ਇੱਥੋਂ ਦੇ ਓਨਰ ਦੇ ਨਾਲ ਤੇ ਲੈਨੇ ਆ ਉਹਨਾਂ ਦੇ ਕੋਲੋਂ ਜਾਣਕਾਰੀ ਇਸ ਸੈਲੂਨ ਦੇ ਬਾਰੇ ਕਿ ਇੱਥੇ ਉਹ ਕਿਹੜੀਆਂ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ। ਤੇ ਮੈਮ ਨਾਲ ਦੀ ਨਾਲ ਹੇਅਰਸ ਐਕਸਪਰਟ ਵੀ ਨੇ ਤੇ ਉਹਦੇ ਨਾਲ ਦੀ ਨਾਲ ਮੇਕਅਪ ਐਕਸਪਰਟ ਵੀ ਨੇ। ਸੋ ਮੈਮ ਸਭ ਤੋਂ ਪਹਿਲੇ ਤੁਹਾਡਾ ਸਾਡੇ ਚੈਨਲ 'ਚ ਬਹੁਤ-ਬਹੁਤ ਸਵਾਗਤ। धन्यवाद जी। जी मैम, तो तब सब तो पहले मैं ਤੁਹਾਡਾ ਨਾਮ ਜਾਣ ਸਕਦੀ ਹਾਂ ਜੀ? मेरा नाम अंजू बाला है। ਅੰਜੂ ਬਾਲਾ ਜੀ। ਮੈਮ ਤੁਸੀਂ ਕਿੰਨੇ ਟਾਈਮ ਤੋਂ ਇਸ ਪ੍ਰੋਫੈਸ਼ਨ ਦੇ ਵਿੱਚ ਜੁੜੇ ਹੋਏ ਹੋ? लास्ट 17 ईयर्स। पहले मैं जॉब करती थी लॉरियल इंडिया में, और उसके बाद फ्रॉम लास्ट 6 ईयर मैं अपने सैलून स्टनिंग लुक में काम कर रही हूँ।
ये जो आपका सैलॉन है बेसिकली स्टनिंग लुक एंड एकेडमी, राइट? कितने टाइम से आप इसको रन कर रहे हो? इसको हम 2014 से रन कर रहे हैं और 6 साल कंप्लीट हो गए हैं। ਜੀ ਸੋ ਮੈਮ ਜੇ ਆਪਾਂ ਗੱਲ ਕਰ ਰਹੇ ਹਾਂ ਮੇਕਅਪ ਦੀ ਤੇ ਇੱਥੇ ਸੈਲੂਨ 'ਚ ਤੁਸੀਂ ਕਿਹੜੀ ਤਰ੍ਹਾਂ ਦੇ ਮੇਕਅਪ ਪ੍ਰੋਵਾਈਡ ਕਰਦੇ ਹੋ? यहाँ पर हम सैलॉन में पार्टी मेकअप करते हैं, इंगेजमेंट मेकअप और ब्राइडल मेकअप करते हैं, और इनमें जो हम लोग टेक्निक यूज़ करते हैं, एयर ब्रश मेकअप करते हैं, 3D मेकअप करते हैं, और दैट्स इट। ਜੀ ਸੋ ਮੇਕਅਪ ਦੀ ਜੇ ਮੈਮ ਆਪਾਂ ਗੱਲ ਕਰੀਏ ਤਾਂ ਹਮੇਸ਼ਾ ਹਰ ਕਸਟਮਰ ਨੂੰ ਹੁੰਦਾ ਹੈ ਕਿ ਜਿਹੜੇ ਬ੍ਰਾਂਡ ਆ ਪ੍ਰੋਡਕਟ ਜਿਹੜੇ ਉਹਨਾਂ ਦੀ ਸਕਿਨ ਤੇ ਬਹੁਤ ਸੋਹਣੇ ਬਹੁਤ ਵਧੀਆ ਯੂਜ਼ ਕੀਤੇ ਜਾਣ। ਸੋ ਬ੍ਰਾਂਡ ਕਿਹੜੇ ਤੁਸੀਂ ਯੂਜ਼ ਕਰਦੇ ਹੋ ਮੇਕਅਪ ਦੇ ਲਈ? मैं जो ब्रांड यूज़ करती हूँ, एक तो प्रोफेशनल ब्रांड्स आते हैं मार्केट में, वो जो है हमें डायरेक्टली कंपनी से ही प्रोवाइड होते हैं, एंड दूसरा इंटरनेशनल ब्रांड्स यूज़ करते हैं जो कि आजकल बहुत ज़्यादा डिमांड में है। Dior यूज़ करते हैं, एनेस्थेसिया यूज़ करते हैं, देन बिका हो गया, हुडा ब्यूटी जो कि आजकल बहुत पॉपुलर है, एंड देन वी यूज़ स्मैश बॉक्स, टार्ट कंपनी का है। ਸੋ ਟੌਪ ਕਲਾਸ ਇੰਟਰਨੈਸ਼ਨਲ ਬ੍ਰਾਂਡਸ ਦੇ ਵਿੱਚ ਤੁਸੀਂ ਡੀਲ ਕਰ ਰਹੇ ਹੋ। ਐਂਡ ਮੈਮ ਜਿੱਦਾਂ ਆਪਾਂ ਦੇਖਦੇ ਸਮ ਟਾਈਮ ਅਗਰ ਕੋਈ ਕਸਟਮਰ ਵਿਜ਼ਿਟ ਕਰਦਾ ਤੇ ਉਹਨਾਂ ਦੀ ਆਪਣੀ ਵਿਸ਼ ਹੁੰਦੀ ਹੈ ਕਿ ਮੈਂ ਆਹ ਵਾਲਾ ਕੰਪਨੀ ਦਾ ਜਿਹੜਾ ਮੇਕਅਪ ਕਰਵਾਉਣਾ, ਸੋ ਉਹ ਤੁਸੀਂ ਕਿਸ ਤਰ੍ਹਾਂ ਡੀਲ ਕਰਦੇ ਹੋ ਫਿਰ? लाइक सम पीपल कम कि हाँ मैंने ये ब्रांड यूज़ करना है, तो हम लोग पहले देखते हैं, टेस्ट करते हैं, स्किन एनालिसिस करते हैं कि वेदर उनकी स्किन पे वो सूट करेगा कि नहीं करेगा। सम टाइम की हमारी डिज़ायर होती है कि मैं ये यूज़ करूं, बट वो हमारी स्किन पे जाता नहीं है। तो ऑन द वेडिंग डे या ऑन द पार्टी डे अगर हम वो करेंगे और हमें वो प्रॉपर रिजल्ट नहीं मिलेगा, तो लुक नहीं मिलेगा, तो कस्टमर विल नॉट बी सेटिस्फाइड। तो इसीलिए पहले प्रायोरिटी पे हम स्किन एनालिसिस करते हैं, स्किन टेस्टिंग करते हैं, एंड देन वी रिकमेंड कि हाँ आप जो चाह रहे हो वो हम कर सकते हैं कि नहीं कर सकते। अगर कर सकते हैं तो वी गो विद द क्लाइंट चॉइस, और अदरवाइज वी रिकमेंड देन टू गो विद दिस ब्रांड। ਥੈਂਕ ਯੂ ਮੈਮ। ਅਤੇ ਜਿੱਦਾਂ ਗੱਲ ਕਰ ਰਹੇ ਹੋ ਤੁਸੀਂ ਮੇਕਅਪ ਦੀ, ਅਤੇ ਉਹਦੇ ਨਾਲ ਦੀ ਨਾਲ ਤੁਸੀਂ ਦੱਸਿਆ ਕਿ ਜਿੰਨਾ ਵੀ ਹੇਅਰ ਸਟਾਈਲਿਸਟ ਦਾ ਕੰਮ ਉਹ ਵੀ ਤੁਸੀਂ ਹੀ ਸਾਂਭਦੇ ਹੋ ਸਾਰੀ ਕਾਰਗੁਜ਼ਾਰੀ। ਸੋ ਮੈਮ ਹੇਅਰ ਟਰੀਟਮੈਂਟ ਦੀ ਅਗਰ ਆਪਾਂ ਗੱਲ ਕਰੀਏ ਤਾਂ ਇੱਥੇ ਕਿਹੜੇ ਟਰੀਟਮੈਂਟ ਤੁਸੀਂ ਪ੍ਰੋਵਾਈਡ ਕਰਦੇ ਹੋ? आजकल जो एवरी सेकंड क्लाइंट इज़ हैविंग अ प्रॉब्लम ऑफ हेयर फॉल और हेयर ब्रेकेज, तो इन दोनों को मेनली हम कैटेगराइज करते हैं। अगर जैसे बाल अपर लेयर से ही ड्राई है तो उसके लिए वी रिकमेंड स्पा ट्रीटमेंट, और अगर किसी का बालों का इलास्टिसिटी टोटली डैमेज हो चुके हैं, बर्न लुक है, तो वी रिकमेंड देम गो विद अ कैरेटिन ट्रीटमेंट। तो ये जो है ये सब जो है ट्रीटमेंट कैटेगरी में आते हैं। इफ़ द कस्टमर इज़ लुकिंग फॉर लाइक स्ट्रेट हेयर और पोकर स्ट्रेट रिजल्ट, देन वी गो विद अ रीबॉन्डिंग और स्मूथनिंग और सिल्क थेरेपी। ਸੋ ਮਤਲਬ ਕਸਟਮਰ ਦੀ ਜਿਹੜੀ ਚੁਆਇਸ ਆ ਉਹਦੇ ਅਕੋਰਡਿੰਗ। ਅਤੇ ਹੇਅਰਸ ਦੇ ਵਿੱਚ ਵੀ ਆਪਾਂ ਜੇ ਗੱਲ ਕਰੀਏ, ਜਿੱਦਾਂ ਤੁਸੀਂ ਦੱਸ ਰਹੇ ਹੋ ਕਿ ਹੇਅਰ ਫਾਲ ਦੀ ਪ੍ਰੋਬਲਮ ਬਹੁਤ ਜ਼ਿਆਦਾ ਰਹਿੰਦੀ, ਸੋ ਹੇਅਰਸ ਦੇ ਵਿੱਚ ਤੁਸੀਂ ਕਿਹੜੇ ਪ੍ਰੋਡਕਟਸ ਯੂਜ਼ ਕਰਦੇ ਹੋ? हेयर में जो है वी हैव लाइक इंटरनेशनल ब्रांड लाइक मैट्रिक्स, लॉरियल, प्रोफेशनल, एंड देन इन Brazilian blowout for the keratin treatment, and then we use Cosho also, or Godrej Professional. The Godrej Professional is an Indian brand and it gives you very amazing results. तो मतलब it's recently launched in India and it's a product by Indian. हेयर सर्विसेज की बात करते हैं तो सभी जैसे कस्टमर्स हैं हेयर कट के लिए आते हैं, देन रिबॉन्डिंग, स्मूथनिंग, कैरेटिन, देन वी कैन गो विद द स्पा ट्रीटमेंट। दीज आर द मेन कैटेगरी फॉर हेयर। ਅਤੇ ਮੈਮ ਜਿੱਦਾਂ ਆਪਾਂ ਦੇਖ ਸਕਦੇ ਕਿ ਅੱਜ ਕੱਲ੍ਹ ਤਿਉਹਾਰਾਂ ਦਾ, ਸ਼ਾਦੀਆਂ ਦਾ, ਫੈਸਟੀਵਲਸ ਦਾ ਜਿਹੜਾ ਸੀਜ਼ਨ ਆ ਚੱਲਿਆ ਹੋਇਆ, ਸੋ ਇਹਦੇ ਵਿੱਚ ਤੁਸੀਂ ਜਿਹੜੇ ਕਸਟਮਰਸ ਆ ਉਹਨਾਂ ਨੂੰ ਕਿਸ ਤਰ੍ਹਾਂ ਆਫਰਸ ਜਾਂ ਫਿਰ ਜਿਹੜੇ ਡਿਸਕਾਊਂਟ ਵਗੈਰਾ ਪ੍ਰੋਵਾਈਡ ਕਰ ਰਹੇ ਹੋ? वी हैव ऑनलाइन चैनल, बिकॉज आज के टाइम में सोशल मीडिया जो है बहुत इम्पॉर्टेंट रोल प्ले कर रहा है। लॉकडाउन के बाद तो सोशल मीडिया बहुत ही ज़्यादा हो गया है, तो वी फोकस ऑन आवर सोशल मीडिया ऑल्सो। तो वी हैव इंस्टाग्राम पेज स्टनिंग लुक सैलून एंड अंजू स्टनिंग लुक, तो वी पोस्ट आर offers on these pages, and then FB page also, and we also used to have, if we have record of our customers, तो we WhatsApp them on their number कि ये अभी जैसे नवरात्रा आ रहा है या करवा चौथ आ रहा है या कोई भी फेस्टिवल आ रहा है, तो हम उसमें उनको मैसेजेस कर देते हैं और पोस्ट कर देते हैं। ਸੋ ਅਪਡੇਸ਼ਨ ਜੋ ਆਪ ਉनको देते रहते हो ना जी। ਸੋ ਮੈਮ ਜਿੱਦਾਂ ਤੁਸੀਂ ਆਪਣੇ ਜਿਹੜੇ ਪੇजेस ਆ ਡਿਫਰੈਂਟ ਦੱਸ ਰਹੇ ਹੋ, ਰਾਈਟ? ਸੋ ਅਗਰ ਕਿਸੇ ਕਸਟਮਰ ਨੇ ਤੁਹਾਡੇ ਸੈਲੂਨ ਦੇ ਵਿੱਚ ਵਿਜ਼ਿਟ ਕਰਨਾ ਹੋਵੇ ਤਾਂ ਅਪਾਇੰਟਮੈਂਟ ਵਗੈਰਾ ਕਿਸ ਤਰ੍ਹਾਂ ਹੁੰਦੀ ਹੈ ਇੱਥੇ?
जैसे आजकल कोविड चल रहा है, तो उसके लिए हम लोग ऑलवेज रिकमेंड करते हैं कि कस्टमर्स को जिन्होंने अपॉइंटमेंट फ़िक्स करनी है तो वो 2 डेज़ और 3 डेज़ बिफोर जो है वो हमारे साथ स्किन और हेयर या नेल्स की सर्विसेज के लिए बुक कराएंगे। और ब्राइडल एंड पार्टी मेकअप्स के लिए तो 2 मंथ्स और 1 मंथ और 3 मंथ्स बिफोर ही बुकिंग हो जाती है। ਗ੍ਰੇਟ। ਸੋ ਇਦਾਂ ਤੁਸੀਂ ਜਿਹੜੀ ਆਪਣੀ ਅਪਾਇੰਟਮੈਂਟ ਉਹ ਵੀ ਫਿਕਸ ਕਰ ਸਕਦੇ ਹੋ। ਐਂਡ ਮੈਮ ਨਾਲ ਦੀ ਨਾਲ ਮੈਂ ਇੱਕ ਹੋਰ ਕੁਐਸਚਨ ਪੁੱਛਣਾ ਚਾਹੂੰਗੀ, ਤੁਸੀਂ ਇੱਥੇ ਅਕੈਡਮੀ ਵੀ ਰਨ ਕਰ ਰਹੇ ਹੋ ਰਾਈਟ? ਸੋ ਅਕੈਡਮੀ ਵਿੱਚ ਤੁਸੀਂ ਕਿਹੜੇ ਕਿਹੜੇ ਕੋਰਸਿਸ ਵਗੈਰਾ ਪ੍ਰੋਵਾਈਡ ਕਰ ਰਹੇ ਹੋ ਔਰ ਉਹਨਾਂ ਦੀ ਡਿਊਰੇਸ਼ਨ ਕਿੰਨੀ ਰਹਿੰਦੀ ਹੈ? Basically, we provide basic diploma courses and basic to advanced courses in hair, makeup, and skin. So for that, the student has to be like a master in practical and the theoretical knowledge. But what I believe, if you मतलब अगर आपके पास theoretical knowledge है but आपके पास practical नहीं है तो आपका काम सीखने का कोई फ़ायदा नहीं है, और आपके पास practical knowledge है और theoretical नहीं है तो तब भी कोई फ़ायदा नहीं है। तो इसीलिए I always insist on कि आपको दोनों चीज़ों में मास्टर होना चाहिए। जब भी आप कोई काम सीख रहे हो तो आपको थ्योरेटिकल एंड प्रैक्टिकल दोनों नॉलेज होना बहुत ज़रूरी है। और आई ऑलवेज टेल माई स्टूडेंट्स कि गो विद दीज 2 थिंग्स। ਸੋ ਕਿਹੜੇ ਕਿਹੜੇ ਕੋਰਸਿਸ ਤੁਸੀਂ ਇੱਥੇ ਔਰ ਡਿਪਲੋਮਾ ਪਾਰਟਿਕੂਲਰਲੀ प्रोवाइड कर रहे हो? डिप्लोमा इन स्किन, बेसिक टू एडवांस में जो है स्किन में हम विद मशीन्स वर्क करते हैं, स्टूडेंट्स को सिखाते हैं हाउ टू यूज़ मशीन्स ऑन फेशियल और किस तरह से हम स्किन के ट्रीटमेंट्स दे सकते हैं। हेयर में वी यूज़ टू टीच ऑटोनॉमी ऑफ हेयर, structure of hair, and then shampooing, conditioning, ironing, keratin, rebonding, everything about hair. तो ਸੋ ਮੈਮ ਡਿਊਰੇਸ਼ਨ ਕਿੰਨੀ ਕੁ ਰਹਿੰਦੀ ਇਹਨਾਂ ਕੋਰਸਿਸ ਦੀ? जो बेसिक कोर्स है वो 3 मंथ्स का कोर्स है और बेसिक टू एडवांस 6 मंथ का कोर्स है पर्टिकुलर सेशन में। इफ़ यू गो विद द स्किन तो दैट विल बी पर्टिकुलरली फॉर द स्किन। अगर हेयर में जा रहे हैं तो वो हेयर का ही रहेगा। तो दोनों में बेसिक कोर्स अगर करते हो स्किन का वो भी 3 मंथ्स का है, हेयर का बेसिक कोर्स करते हैं वो भी 3 मंथ्स का है, और अगर बेसिक टू एडवांस करते हैं दैट विल बी 6 मंथ्स। ਤੇ ਮੈਮ ਅਗਰ ਤੁਹਾਡੇ ਕੋਲ ਕੋਈ ਸਟੂਡੈਂਟ ਐਡਮਿਸ਼ਨ ਵਗੈਰਾ ਲੈਂਦਾ ਤੇ ਕੀ ਐਲੀਜੀਬਿਲਿਟੀ ਕ੍ਰਾਈਟੇਰੀਆ ਰਹਿੰਦਾ? एलिजिबिलिटी दे शुड जैसे मिनिमम 10 तो होना ज़रूरी होता है। अगर कई लोग होते हैं जो नहीं पढ़े होते उनके लिए कोई डिफ़िकल्टी नहीं है, बिकॉज वी यूज़ टू टीच इन देयर मदर लैंग्वेज। तो उसमें क्या होता है कि वो नोट्स इतने अच्छे से नहीं बना पाते बिकॉज दे डोंट नो हाउ टू राइट, बट उनको मतलब मगअप करना पड़ता है, याद रखना पड़ता है कि ये चीज़ को हम क्या कह रहे हैं। थोड़ा मुश्किल आती है पढ़ाने में, बट धीरे धीरे वो सीख जाते हैं इफ़ समबडी हैज़ विल पावर टू लर्न। ਸੋ ਮੈਮ ਜੇ ਆਪਾਂ ਗੱਲ ਕਰ ਰਹੇ ਹਾਂ ਜਿੱਦਾਂ ਤੁਸੀਂ ਅਲੱਗ-ਅਲੱਗ ਤਰ੍ਹਾਂ ਦੇ ਇੱਥੇ ਕੋਰਸਿਸ ਪ੍ਰੋਵਾਈਡ ਕਰਦੇ ਪਏ ਹੋ ਹੈ ਨਾ, ਤੇ ਰੇਂਜ ਵਗੈਰਾ ਕਿਸ ਤਰ੍ਹਾਂ ਰਹਿੰਦੀ ਉਹਨਾਂ ਕੋਰਸਿਸ ਦੀ? जो कोर्सेज हैं दे आर वेरी अफोर्डेबल, और समटाइम व्हाट हैपन एजुकेशन ऑलवेज पे। तो अगर आपको एजुकेशन चाहिए तो वो आपको हमेशा आगे लेके जाएगी, और क्वालिटी ऐसे नहीं है कि कई लोग जो है वो सिखाते हैं बट क्वालिटी एंड आपको बारीकियां जो है नहीं सिखाते। तो वी प्रोवाइड ईच एंड एवरी, वी शेयर ईच एंड एवरी इंफॉर्मेशन विद आवर स्टूडेंट, और हर एक कोर्स की अलग अलग फ़ीस है। तो एनीबडी हु आर इंटरेस्टेड दे कैन कॉन्टेक्ट अस। ਜੀ ਸੋ ਮੈਮ ਸਭ ਤੋਂ ਇੰਪੋਰਟੈਂਟ ਕੁਐਸਚਨ, ਜਿੱਦਾਂ ਏਰੀਆ ਦੀ ਅਗਰ ਅਸੀਂ ਗੱਲ ਕਰ ਰਹੇ ਮਾਛੀਵਾੜਾ ਵਿਖੇ ਤੁਹਾਡਾ ਇਹ ਸੈਲੂਨ ਜਿਹੜਾ ਸਥਿਤ ਆ, ਸੋ ਇੱਥੇ ਤੁਸੀਂ ਕਿਹੜੀਆਂ ਸਰਵਿਸਿਜ਼ ਇੱਦਾਂ ਦੀਆਂ ਪ੍ਰੋਵਾਈਡ ਕਰ ਰਹੇ ਹੋ ਕਿ ਜਿਹੜੀਆਂ ਬਾਕੀ ਸੈਲੂਨਸ ਨਹੀਂ ਪ੍ਰੋਵਾਈਡ ਕਰ ਰਹੇ? ਮਤਲਬ ਤੁਹਾਡੇ ਸੈਲੂਨ ਦੀ ਕੀ ਖਾਸੀਅਤ ਹੈ, ਕੀ ਵਿਸ਼ੇਸ਼ਤਾ ਹੈ ਕਿ ਕਸਟਮਰ ਇੱਥੇ ਹੀ ਵਿਜ਼ਿਟ ਕਰੇ? आज का जैसे टाइम चल रहा है तो सबसे पहले जो है हाइजीन एंड क्लीनिनेस पे आते हैं। तो हाइजीन जो है वो बहुत इम्पॉर्टेंट है। तो जब भी हमारे पास कस्टमर आता है तो हमें होता है कि हम प्रॉपरली हाइजीन वे से काम करें, तो ताकि वो भी सुरक्षित रहें और हम भी सुरक्षित रहें। तो हाइजीन इज़ नंबर 1 प्रायोरिटी ऑफ आर, एंड देन एजुकेशन। आई ऑलवेज प्रेफर कि हमें हमेशा अपने आप को अपडेट करते रहना चाहिए, क्योंकि ट्रेंड जो है जो फैशन, बिकॉज वी आर फ्रॉम फैशन इंडस्ट्री है ना, तो हम लोगों को अपने आप को हमेशा अपडेट करते रहना चाहिए। तो आई ऑलवेज यूज़ टू टेक एजुकेशन। मैं हमेशा ये नहीं कि मुझे आ गया है तो मुझे आगे नहीं सीखना। जिस दिन ये सोच आ जाएगी कि हाँ मुझे आ गया है, मुझे और ट्रेनिंग की ज़रूरत नहीं है, मैं एक्सपर्ट हूँ, उस दिन हमारा डाउनफॉल शुरू हो जाता है। तो आई ऑलवेज प्रेफर कि मैं अपने आप को अपडेट करती रहूँ। तो वो मेरी जो है जब भी है साल में 2-3 ट्रेनिंग जो है वो इंटरनेशनल ट्रेनिंग्स रहती हैं, वेदर इट इज़ हेयर स्टाइलिंग और हेयर
हेयर सर्विसेज और मेकअप और स्किन। तो हम लोग जो है वही जो मैं सीख के आती हूँ तो मैं अपने जो स्टाफ है उनको सिखाती हूँ, सो दैट वी ऑल टुगेदर, बिकॉज वी वर्क विद लाइक अ टीम। तो टीम वर्क रहता है तो हम लोग क्लाइंट को बेस्ट सर्विसेज जो हैं वो प्रोवाइड कर सकें, सो दैट कि दे विल बी ਸੈਟੀਸਫਾਈਡ ਵਿਦ ਦ ਸਰਵਿਸਿਜ਼। ਸੋ ਮੈਮ ਤੁਸੀਂ ਸਾਨੂੰ ਆਪਣਾ ਬਹੁਤ ਹੀ ਕੀਮਤੀ ਸਮਾਂ ਦਿੱਤਾ, ਬਹੁਤ ਬਹੁਤ ਥੈਂਕ ਯੂ ਤੁਹਾਡਾ। ਤੇ ਦਰਸ਼ਕਾਂ ਦੇ ਲਈ ਇੱਕੋ ਮੈਸੇਜ, ਅਗਰ ਜਦੋਂ ਵੀ ਤੁਸੀਂ ਵੀਡੀਓ ਦੇਖ ਰਹੇ ਹੋ, ਸੋ ਜਿੱਦਾਂ ਜਿਹੜਾ ਸਰਵਿਸਿਜ਼ ਜਿਹੜੀਆਂ ਇਹਨਾਂ ਦੀਆਂ ਬਹੁਤ ਹੀ ਜ਼ਿਆਦਾ ਯੂਨੀਕ ਐਂਡ ਬੈਸਟ ਪੁਆਇੰਟ, ਆਪਣੇ ਆਪ ਨੂੰ ਪੂਰੀ ਤਰ੍ਹਾਂ ਜਿਹੜੇ ਇੱਥੋਂ ਦੇ ਐਕਸਪਰਟਸ ਆਪਣੇ ਆਪ ਨੂੰ ਅਪਡੇਟ ਰੱਖ ਰਹੇ ਆ। ਸੋ ਕਿਸੇ ਵੀ ਤਰ੍ਹਾਂ ਦੀ ਅਗਰ ਤੁਸੀਂ ਜਾਣਕਾਰੀ ਹੋਵੇ, ਨੀਚੇ ਜਿਹੜਾ ਐਡਰੈਸ ਡਿਸਪਲੇਡ ਉੱਥੇ ਲੈ ਸਕਦੇ ਹੋ। ਸੋ ਸਾਡੇ ਅੱਗੇ ਇੱਕੋ ਰਿਕੁਐਸਟ ਹੈ ਕਿ ਜਲਦੀ ਜਲਦੀ ਸੈਲੂਨ ਨੂੰ ਵਿਜ਼ਿਟ ਕਰੋ ਐਂਡ ਜਿਹੜੀਆਂ ਇੱਥੇ ਆਫਰਸ ਮਿਲ ਰਹੀਆਂ ਉਹਨਾਂ ਨੂੰ ਗ੍ਰੈਬ ਕਰੋ, ਤੇ ਇਸ ਤੋਂ ਬੈਸਟ ਜਿਹੜਾ ਤੁਹਾਨੂੰ ਸੈਲੂਨ ਆ ਇਸ ਏਰੀਆ ਦੇ ਵਿੱਚ ਮਿਲਣ ਵਾਲਾ। ਸੋ ਜਲਦੀ ਜਲਦੀ ਸੈਲੂਨ ਨੂੰ ਵਿਜ਼ਿਟ ਕਰੋ। ਧੰਨਵਾਦ।